ਤੇ ਜਪਣ ਵਾਲੇ ਦੇ ਸਾਰੇ ਕਾਰਜ ਰਾਸ ਹੋ ਗਏ। ਬਾਬਾ ਜੀ ਨਾਨਕਸਰ ਕਲੇਰਾਂ ਵਾਲੇ ਨਾਨਕਸਰ ਕਲੇਰਾਂ ਵਿਖੇ ਵਿਰਾਜਮਾਨ ਹਨ। ਸੰਗਤ ਦੂਰੋਂ ਨੇੜਿਓਂ ਆ ਕੇ ਲਾਭ ਲੈਂਦੀ ਹੈ। ਬਾਬਾ ਆਨੰਦ ਸਿੰਘ ਜੀ ਦੀ ਬਰਸੀ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਏ। ਉਪਰੰਤ ਬਾਬਾ ਈਸ਼ਰ ਸਿੰਘ ਜੀ ਨੇ ਆਪ ਬਚਨ ਕੀਤੇ ਅਤੇ ਬਚਨ ਕਰਦਿਆਂ ਕਹਿਣ ਲੱਗੇ, ਸਮਾਂ ਬੜਾ ਖਤਰਨਾਕ ਆ ਰਿਹਾ ਹੈ, ਇਸ ਵਾਸਤੇ ਹੋਰ ਕੁਝ ਸਮਾਂ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਚੱਲਣਗੀਆਂ। ਅਤੇ ਪਾਠੀ ਸਿੰਘਾਂ ਨੂੰ ਵੀ ਬੇਨਤੀ ਕਰ ਦਿੱਤੀ ਤਾਂ ਹੋਰ ਅਖੰਡ ਪਾਠ ਸਾਹਿਬ ਰੱਖੇ ਗਏ, ਜੋ ਕਿ 20 ਦਿਨ ਚੱਲਦੇ ਰਹੇ ਅਤੇ 20ਵੇਂ ਦਿਨ ਪੂਰਨਮਾਸ਼ੀ ਉੱਪਰ ਸਾਰੀ ਸਮਾਪਤੀ ਹੋਈ ਅਤੇ 1760 ਅਖੰਡ ਪਾਠ ਹੋਏ। ਅਤੇ ਹੁਕਮਨਾਮਾ ਆਇਆ ਤਨਾਸਰੀ ਮਹੱਲਾ ਪੰਜਵਾਂ ਅੰਗ 673, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾ ਇੱਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ, ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੀ ਲਈਐ। ਰਹਾਉ ਕੋਟ ਅਪਰਾਧ ਹਮਾਰੇ ਖੰਡ ਹੋ, अनिक विधि समझावो, हम अज्ञान अल्प मत थोरी, तुम आपन बिरद रखावो, तुमरी शरण तुम्हारी आशा, तुम ही सजन सुहेले, राखो राखन हार दयाला, नानक कर के गोले। उपरंत बाबा जी ने बचन कीते अते बचना विच फरमाया, गुरु की संगत ਇਹ 1760 ਖੰਡ ਪਾਠਾਂ ਦੀ ਸ਼ਕਤੀ ਭਾਵ ਉਸ ਦਾ ਬਲ ਇਸ ਹੁਕਮਨਾਮੇ ਵਿੱਚ ਹੈ ਤੇ ਜਿਹੜਾ ਇਸ ਦਾ ਜਾਪ ਕਰੇਗਾ ਉਸ ਨੂੰ ਕਿਸੇ ਗੱਲ ਦਾ ਘਾਟਾ ਨਹੀਂ ਰਹੇਗਾ। ਤਾਂ ਉਸ ਸੰਗਤ ਵਿੱਚ ਬੈਠਾ ਜਗਰਾਉਂ ਤੋਂ ਇੱਕ ਲੜਕਾ ਇਹ ਬਚਨ ਉਸਨੇ ਵੀ ਸੁਣਿਆ ਤੇ ਮਨ ਵਿੱਚ ਸੋਚਿਆ ਕਿ ਬਾਬਾ ਜੀ ਦਾ ਬਚਨ ਮੈਂ ਮੰਨਾਂਗਾ ਅਤੇ ਇਸ ਸ਼ਬਦ ਦਾ ਜਾਪ ਕਰਿਆ ਕਰਾਂਗਾ। ਹੋ ਸਕਦਾ ਹੈ ਮੇਰੇ ਦਿਨ ਬਦਲ ਜਾਣ, ਕਿਉਂਕਿ ਘਰ ਵਿੱਚ ਗਰੀਬੀ ਬੜੀ ਸੀ। ਇੱਕ ਡੰਗ ਰੋਟੀ ਪੱਕਦੀ ਸੀ ਤੇ ਕਦੇ ਭੁੱਖਾ ਹੀ ਸੌਂ ਜਾਂਦਾ ਸੀ। ਅਤੇ ਬਾਬਾ ਕੇਰ ਸਿੰਘ ਜੀ ਤੋਂ ਹਾਰਮੋਨੀਅਮ ਵੀ ਸਿੱਖਿਆ ਕਰਦਾ ਸੀ। ਕਦੇ ਕਦੇ ਦੀਵਾਨ ਵਿੱਚ ਸ਼ਬਦ ਵੀ ਪੜ੍ਹ ਲਿਆ ਕਰਦਾ ਸੀ। ਆਵਾਜ਼ ਚੰਗੀ ਸੀ, ਨਾਨਕਿਆਂ ਤੋਂ ਲਗਨ ਲੱਗੀ ਸੀ। ਨਾਨਾ ਵੀ ਤੇ ਮਾਮਾ ਵੀ ਦੋਵੇਂ ਕੀਰਤਨ ਕਰਿਆ ਕਰਦੇ ਸਨ। ਤੇ ਇੱਕ ਦਿਨ ਇਸ ਦਾ ਸ਼ਬਦ ਸੁਣ ਕੇ ਬਾਬਾ ਈਸ਼ਰ ਸਿੰਘ ਜੀ ਨੇ ਬਚਨ ਕੀਤਾ ਕਿ ਇਹ ਮੁੰਡਾ ਨਾਨੇ ਤੇ ਮਾਮੇ ਨਾਲੋਂ ਵੀ ਅੱਗੇ ਵੱਧ ਗਿਆ ਹੈ। ਇਹ ਸਾਖੀ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਦੀ ਹੈ ਅਤੇ ਉਹਨਾਂ ਨੇ ਆਪਣੇ ਮੁਖਾਰਬਿੰਦ ਤੋਂ ਸੁਣਾਈ ਨਾਨਕਸਰ ਵਰਸੀ ਉੱਪਰ, ਅਤੇ ਉਹਨਾਂ ਦੀ ਇਹ ਰਿਕਾਰਡਿੰਗ ਵੀ ਮੇਰੇ ਕੋਲ ਮੌਜੂਦ ਹੈ ਤੇ ਛੇਤੀ ਹੀ NVI ਚੈਨਲ ਤੇ YouTube ਤੇ ਪਾ ਦੇਵਾਂਗੇ। ਤੇ ਉਸ ਵਿੱਚ ਹੀ ਇਹ ਸ਼ਬਦ ਬਾਰੇ ਦੱਸਿਆ ਹੈ ਤੇ ਨਾਲ ਇਹ ਵੀ ਦੱਸਿਆ ਕਿ ਦਾਸ ਉਸ ਦਿਨ ਤੋਂ ਅੱਜ ਤੱਕ ਸਵੇਰੇ ਇਸ ਸ਼ਬਦ ਦਾ ਜਾਪ ਕਰਦਾ ਹੈ, ਕਿਉਂਕਿ ਪ੍ਰੋਫੈਸਰ ਸਾਹਿਬ ਦੀ ਜਗਰਾਉਂ ਰਹਿੰਦਿਆਂ ਦੀ ਹਾਲਤ ਬੜੀ ਪਤਲੀ ਸੀ। ਕਿਉਂਕਿ ਜਗਰਾਉਂ ਵਿਜੇ ਨਗਰ ਵਿਖੇ ਦਾਸ ਦੇ ਤਾਇਆ ਭਾਈ ਵਾਹਿਗੁਰੂ ਸਿੰਘ ਜੀ ਨੇ ਘਰ ਵਿੱਚ ਛੋਟਾ ਜਿਹਾ ਗੁਰਦੁਆਰਾ ਬਣਾਇਆ ਹੋਇਆ ਸੀ ਅਤੇ ਉੱਥੇ ਪ੍ਰੋਫੈਸਰ ਸਾਹਿਬ ਜਪਜੀ ਸਾਹਿਬ ਦੀਆਂ ਰੌਲਾਂ ਲਾਇਆ ਕਰਦੇ ਸਨ। ਅਤੇ ਜੋ ਵੀ ਪਾਠੀ ਸਿੰਘ ਰੌਲਾਂ ਲਾਉਂਦੇ ਹਨ ਇਹ ਮਜਬੂਰੀ ਕਰਕੇ ਲਾਉਂਦੇ ਹਨ। ਕੋਈ ਵਿਰਲਾ ਹੋਵੇਗਾ ਜੋ ਸ਼ੌਂਕ ਕਰਕੇ ਲਾਉਂਦਾ ਹੋਵੇਗਾ। ਇਸ ਲਈ ਭਾਈ ਪਾਠੀ ਸਿੰਘਾਂ ਦੀ ਵੱਧ ਤੋਂ ਵੱਧ ਸੇਵਾ ਕਰਿਆ ਕਰੋ। ਅਤੇ ਬਾਬਾ ਆਨੰਦ ਸਿੰਘ ਜੀ ਵੀ ਬਚਨ ਕਰਦੇ ਸਨ ਕਿ ਭਾਈ ਇਹ ਪਾਠੀ ਸੱਜਰ ਗਊ ਹਨ, ਜਿੰਨੀ ਸੇਵਾ ਕਰੋਗੇ ਉਤਨਾ ਫਲ ਪਾਓਗੇ। ਅਤੇ ਕੋਈ ਸਮਾਂ ਆਇਆ ਪ੍ਰੋਫੈਸਰ ਸਾਹਿਬ ਸਾਰੇ ਸਿੱਖ ਜਗਤ ਵਿੱਚ ਮਸ਼ਹੂਰ ਹੋ ਗਏ। ਪਰ ਸਿਰਫ ਇੱਥੇ ਹੀ ਬਸ ਨਹੀਂ, ਬਲਕਿ 1985-86 ਵਿੱਚ ਸਿੱਖ ਜਗਤ ਦੀ ਸਭ ਤੋਂ ਉੱਚੀ ਸਟੇਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਬਣ ਗਏ। ਬਸ ਫਿਰ ਕੀ ਸੀ, ਫਿਰ ਤਾਂ ਆਪ ਜੀ ਨੂੰ ਸਿਰੇ ਦੀ ਸ਼ੋਹਰਤ ਮਿਲ ਗਈ ਅਤੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੀ ਮਾਤਾ ਜੀ, ਉਹਨਾਂ ਦੀ ਬਾਬਾ ਜੀ ਦੇ ਘਰ ਦੇ ਉੱਤੇ ਬਹੁਤ ਸ਼ਰਧਾ ਸੀ
ਅਤੇ ਤਕਰੀਬਨ 10-12 ਸਾਲ ਉਹਨਾਂ ਨੇ ਨਾਨਕਸਰ ਕਲੇਰਾਂ ਵਿਖੇ ਹੀ ਗੁਜ਼ਾਰੇ ਹਨ। ਅਤੇ ਬਾਬਾ ਕੁੰਦਨ ਸਿੰਘ ਜੀ ਦੇ ਬਾਗ ਵਿੱਚ ਕਮਰਾ ਲਿਆ ਹੋਇਆ ਸੀ ਅਤੇ ਜਦੋਂ ਕਣਕਾਂ ਵੱਢ ਲਈਆਂ ਜਾਂਦੀਆਂ ਸਨ ਤਾਂ ਬਾਬਾ ਜੀ ਦੀ ਦੱਸੀ ਮਰਜ਼ਾਦਾ ਅਨੁਸਾਰ ਵਾਹਿਗੁਰੂ ਵਾਹਿਗੁਰੂ ਕਹਿ ਕੇ ਆਪ ਕਣਕ ਦੀਆਂ ਬੱਲੀਆਂ ਚੁਗਦੇ ਸਨ ਤੇ ਆਪ ਕਣਕ ਕੱਢਣੀ ਤੇ ਉਸ ਨੂੰ ਪੀਣਾ ਤੇ ਹੱਥੀ ਦੇਗ ਤਿਆਰ ਕਰਨੀ ਤੇ ਸਤਿਗੁਰੂ ਦੇ ਭੋਗ ਵਾਸਤੇ ਭੇਟਾ ਕਰਨੀ। ਇਦਾਂ ਕਰਦਿਆਂ ਦਾਸ ਨੇ ਉਹਨਾਂ ਨੂੰ ਅੱਖੀ ਦੇਖਿਆ ਹੈ। ਪ੍ਰੋਫੈਸਰ ਸਾਹਿਬ ਦੀ ਮਾਤਾ ਬਹੁਤ ਸ਼ਰਧਾ ਸੀ। ਐਵੇਂ ਤਾਂ ਨਹੀਂ ਇਸ ਤਰ੍ਹਾਂ ਦੇ ਪੁੱਤਰ ਪੈਦਾ ਹੁੰਦੇ। ਜਿਸ ਦੇ ਮਾਤਾ ਪਿਤਾ ਜਿਤਨੀ ਆਰਾਧਨਾ ਜ਼ਿਆਦਾ ਕਰਨਗੇ ਉਤਨਾ ਉਸ ਦਾ ਪੁੱਤਰ ਗੁਣਵਾਨ ਹੋਵੇਗਾ। ਜਿਵੇਂ ਪੁੱਚੋ ਵਾਲੇ ਬਾਬਾ ਜੀ ਦੇ ਕੋਲ ਕੋਈ ਜੱਟ ਆਉਂਦਾ ਸੀ ਤੇ ਇੱਕ ਦਿਨ ਕਹਿਣ ਲੱਗਾ, ਬਾਬਾ ਪੁੱਤਰ ਦੀ ਲੋੜ ਹੈ। ਪੁੱਛਿਆ ਕਿਹੋ ਜਿਹਾ ਲੈਣਾ ਹੈ? ਬਟੀਰਬਾਜ਼, ਕਬੂਤਰਬਾਜ਼, ਕੋਈ ਟਾਂਗੇ ਵਾਲਾ ਜਾਂ ਕੋਈ ਟੇਸ਼ਨ ਦਾ ਕੁਲੀ, ਕਿਹੋ ਜਿਹਾ? ਨਹੀਂ ਬਾਬਾ, ਚੰਗਾ ਲੈਣਾ ਹੈ। ਆਖਿਆ ਫਿਰ ਚੰਗੇ ਵਾਸਤੇ ਕੁਝ ਕਰ, ਨਾਮ ਜਪ ਨਿਤਨੇਮ ਕਰ, ਕੁਝ ਕਰੇਗਾ ਤਾਂ ਪੁੰਨ ਬਲਵਾਨ ਹੋਣਗੇ, ਤਾਂ ਜੋ ਆਵੇਗਾ ਤੇ ਸੁਖ ਦੇਵੇਗਾ। ਸੋ ਕਹਿਣ ਤੋਂ ਭਾਵ ਕਿ ਨਾਨਕਸਰ ਕਲੇਰਾਂ ਨਾਲ ਇਹ ਸ਼ੁਰੂ ਤੋਂ ਜੁੜੇ ਹੋਏ ਸਨ। ਇੱਕ ਦੋ ਪੁਸਤਕਾਂ ਵੀ ਪ੍ਰੋਫੈਸਰ ਸਾਹਿਬ ਨੇ ਲਿਖੀਆਂ ਹਨ, ਉਹਨਾਂ ਵਿੱਚ ਵੀ ਨਾਨਕਸਰ ਦਾ ਜ਼ਿਕਰ ਕੀਤਾ ਹੈ। ਜਿਵੇਂ ਕਿ ਇੱਕ ਥਾਂ ਤੇ ਦੱਸਿਆ ਕਿ ਜਦੋਂ ਇਹਨਾਂ ਦੇ ਘਰ ਬੇਟਾ ਹੋਇਆ ਤਾਂ ਉਹ ਨਾਮ ਰੱਖਣ ਲਈ ਬਾਬਾ ਈਸ਼ਰ ਸਿੰਘ ਜੀ ਦੇ ਚਰਨਾਂ ਵਿੱਚ ਲੈ ਕੇ ਆਏ ਤੇ ਉਸੇ ਦਿਨ ਹੀ ਭਾਈ ਹਰਬੰਸ ਸਿੰਘ ਜਗਾਦਰੀ ਵਾਲੇ ਉਹ ਵੀ ਆਪਣੇ ਲੜਕੇ ਦਾ ਨਾਮ ਰੱਖਣ ਲਈ ਬਾਬਾ ਜੀ ਕੋਲ ਲੈ ਕੇ ਆਏ। ਦੋਨਾਂ ਨੇ ਬਾਬਾ ਈਸ਼ਰ ਸਿੰਘ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਜੀ ਇਹਨਾਂ ਦੇ ਨਾਮ ਰੱਖਣੇ ਹਨ। ਬਾਬਾ ਜੀ ਪ੍ਰਸੰਨ ਹੋਏ ਤੇ ਕਹਿਣ ਲੱਗੇ, ਅੱਜ ਹੁਕਮਨਾਮਾ ਆਇਆ ਸੀ, ਗੁਰਪੂਰੈ ਕਿਰਪਾ ਧਾਰੀ, ਇਸ ਲਈ ਦਰਸ਼ਨ ਸਿੰਘ ਦੇ ਬੇਟੇ ਦਾ ਨਾਮ ਗੁਰਪਾਲ ਸਿੰਘ ਰੱਖ ਦਿੱਤਾ ਅਤੇ ਹਰਬੰਸ ਸਿੰਘ ਦੇ ਬੇਟੇ ਦਾ ਨਾਮ ਗੁਰਚਰਨ ਸਿੰਘ ਰੱਖ ਦਿੱਤਾ। ਸੋ ਇਸ ਤਰ੍ਹਾਂ ਦੀਆਂ ਬੇਅੰਤ ਸਾਖੀਆਂ ਹੋਣਗੀਆਂ। ਸੋ ਹੁਣ ਦੇਖੋ ਕਿ ਬਾਬਾ ਜੀ ਦਾ ਇੱਕ ਬਚਨ ਮੰਨਿਆ ਤੇ ਗੁਰਬਾਣੀ ਦੇ ਇੱਕ ਸ਼ਬਦ ਦਾ ਜਾਪ ਕੀਤਾ। ਸੋ ਕਹਿਣ ਤੋਂ ਭਾਵ ਕਿ ਜਿਵੇਂ ਇੱਕ ਸੰਕਟ ਮੋਚਨ ਜਾਂ ਸ਼ਰਧਾ ਪੂਰਨ ਗੁਟਕੇ ਛਪੇ ਹੋਏ ਹਨ ਤੇ ਕਈ ਇਸ ਦੇ ਉੱਤੇ ਕਿੰਤੂ ਕਰਦੇ ਹਨ ਕਿ ਇਹ ਨਹੀਂ ਛਪਣੇ ਚਾਹੀਦੇ, ਬਾਣੀ ਇਸ ਤਰ੍ਹਾਂ ਫਾਇਦਾ ਨਹੀਂ ਕਰਦੀ। ਪਰ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਦੀ ਇਹ ਸਾਖੀ ਸੁਣ ਕੇ ਉਹਨਾਂ ਦੇ ਸ਼ੰਕੇ ਵੀ ਦੂਰ ਹੋ ਜਾਣੇ ਚਾਹੀਦੇ ਹਨ ਅਤੇ ਇਹ ਨਾਨਕਸਰ ਸੰਪਰਦਾ ਦੀ ਸਿੱਖ ਪੰਥ ਨੂੰ ਬੜੀ ਦੇਣ ਹੈ। ਬਾਬਾ ਨੰਦ ਸਿੰਘ ਜੀ ਤੋਂ ਵਰੋਸ ਆਏ ਸੰਤ ਮਹਾਰਾਜ ਸੰਤ ਸੁਜਾਨ ਸਿੰਘ ਜੀ ਦਿੱਲੀ ਵਾਲੇ ਬਾਬਾ ਜੀ ਤੋਂ ਬੇਅੰਤ ਖੁਸ਼ੀਆਂ ਲਈਆਂ ਅਤੇ ਜਿਵੇਂ ਕਹਾਵਤ ਹੈ, ਬਾਬਾ ਨੰਦ ਸਿੰਘ ਜਿਹਾ ਰਿਸ਼ੀ ਨਾ ਕੋਈ ਹੋਇਆ ਨਾ ਕੋਈ ਹੋਸੀ। ਤੇ ਨਾਲ ਇਸ ਗੱਲ ਵਿੱਚ ਵੀ ਕੋਈ ਅਤ ਕਥਨੀ ਨਹੀਂ ਕਿ ਸੰਤ ਸੁਜਾਨ ਸਿੰਘ ਜੀ ਵਰਗਾ ਕੀਰਤਨੀਆ ਨਾ ਕੋਈ ਹੋਇਆ ਤੇ ਨਾ ਕੋਈ ਹੋਸੀ। ਅਤੇ ਹੋਰ ਭਾਈ ਬਹਾਦਰ ਸਿੰਘ ਜੀ ਜਲੰਧਰ ਵਾਲੇ, ਭਾਈ ਮੁਨਸ਼ਾ ਸਿੰਘ ਜੀ ਕਪੂਰਥਲੇ ਵਾਲੇ ਅਤੇ ਹੋਰ ਬਾਬਾ ਈਸ਼ਰ ਸਿੰਘ ਜੀ ਤੋਂ ਵਰੋਸ ਆਏ ਪ੍ਰੋਫੈਸਰ ਦਰਸ਼ਨ ਸਿੰਘ ਜੀ, ਭਾਈ ਹਰਬੰਸ ਸਿੰਘ ਜਗਾਦਰੀ ਵਾਲੇ, ਸੰਤ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ। ਬਾਬਾ ਰਾਮ ਸਿੰਘ ਜੀ ਬਹੁਤ ਹੀ ਹਰਮਨ ਪਿਆਰੇ ਕੀਰਤਨੀਏ ਅਤੇ ਬਹੁਤ ਨਿਮਰਤਾ ਵਾਲੇ ਮਹਾਂਪੁਰਸ਼ ਸਨ। ਭਾਵੇਂ ਕਿ ਅੱਜ ਸਾਡੇ ਵਿੱਚ ਨਹੀਂ ਰਹੇ, ਪਰ ਉਹਨਾਂ ਦੀ ਯਾਦ ਹਮੇਸ਼ਾ ਬਣੀ ਹੋਈ ਹੈ। ਹੋਰ ਭਾਈ ਗੁਰਚਰਨ ਸਿੰਘ ਜੀ ਰਸੀਆ, ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ, ਇੱਕ ਭਾਈ ਗੁਰਬਚਨ ਸਿੰਘ ਜੀ ਲਾਲੀ ਦਿੱਲੀ ਵਾਲੇ ਅਤੇ ਭਾਈ ਚਮਨਜੀਤ ਸਿੰਘ ਜੀ ਲਾਲ ਦਿੱਲੀ ਵਾਲੇ। ਭਾਈ ਗੁਰਬਚਨ ਸਿੰਘ ਜੀ ਤਾਂ ਜਦੋਂ ਕੀਰਤਨ ਕਰਦੇ ਹਨ ਤਾਂ ਉਹਨਾਂ ਦੇ ਕੀਰਤਨ 'ਚੋਂ ਸੰਤ ਸੁਜਾਨ ਸਿੰਘ ਦੀ ਝਲਕ ਪੈਂਦੀ ਹੈ ਅਤੇ ਭਾਈ ਚਮਨਜੀਤ ਸਿੰਘ ਜੀ ਨੂੰ ਵੀ ਸੰਤ ਸੁਜਾਨ ਸਿੰਘ ਜੀ ਤੋਂ ਹੀ ਜਾਗ ਲੱਗੀ। ਉਂਝ ਭਾਵੇਂ ਇਹਨਾਂ ਦਾ ਕੀਰਤਨ ਹੂਬਹੂ ਭਾਈ ਹਰਬੰਸ ਸਿੰਘ ਜਗਾਦਰੀ ਵਾਲਿਆਂ ਵਰਗਾ ਹੈ, ਉਹਨਾਂ ਦਾ ਭੁਲੇਖਾ ਪਾਉਂਦਾ ਹੈ, ਪਰ ਜਾਗ ਮਹਾਰਾਜ ਜੀ ਤੋਂ ਹੀ ਲੱਗੀ। ਕਿਉਂਕਿ ਵੈਸੇ ਵੀ ਸੰਤ ਸੁਜਾਨ ਸਿੰਘ ਜੀ ਦੀਆਂ ਤਰਜ਼ਾਂ ਮਹਿੰਗੀਆਂ ਭਾਵ ਔਖੀਆਂ ਹਨ। ਅਤੇ ਇੱਕ ਕੀਰਤਨੀਏ ਸਨ ਭਾਈ ਜੋਰਾਵਰ ਸਿੰਘ ਜੀ, ਬੜੇ ਪਿਆਰ ਵਾਲੇ ਕੀਰਤਨੀਏ ਸਨ। ਪ੍ਰੋਫੈਸਰ ਦਰਸ਼ਨ ਸਿੰਘ ਜੀ ਦੇ ਮਾਸੀ ਦੇ ਪੁੱਤਰ ਸਨ ਅਤੇ ਕੀਰਤਨ ਵੇਲੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਦਾ ਭੁਲੇਖਾ ਪੈ ਜਾਂਦਾ ਸੀ। ਅਤੇ ਬਾਬਾ ਈਸ਼ਰ ਸਿੰਘ ਜੀ ਤੋਂ ਬਾਅਦ ਬਾਬਾ ਕੁੰਦਨ ਸਿੰਘ ਜੀ ਨੇ ਬੇਅੰਤ
ਉੱਪਰ ਕਿਰਪਾ ਕੀਤੀ। ਪਰ ਸਭ ਤੋਂ ਵੱਡੀ ਬਖਸ਼ਿਸ਼ ਸਿੱਖ ਜਗਤ ਦੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ, ਬੀਬੀ ਕੌਲਾਂ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਅਤੇ ਉਹਨਾਂ ਤੋਂ ਅਨੇਕਾਂ ਕੀਰਤਨੀਏ ਵਰੁਸ ਆਏ ਹੋਏ ਹਨ ਅਤੇ ਦਿਨ ਰਾਤ ਇੱਕ ਕਰਕੇ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ। ਅਤੇ ਇੱਕ ਹਨ ਭਾਈ ਗੁਰਪ੍ਰੀਤ ਸਿੰਘ ਜੀ ਰਿੰਕੂ ਵੀਰ ਜੀ ਬੰਬੇ ਵਾਲੇ, ਅਤੇ ਉਹਨਾਂ ਉੱਪਰ ਵੀ ਬਾਬਾ ਕੁੰਦਨ ਸਿੰਘ ਜੀ ਨੇ ਹੀ ਕਿਰਪਾ ਕੀਤੀ ਹੈ। ਇਹਨਾਂ ਦਾ ਪਿਛੋਕੜ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਹੈ, ਪਰ ਬਾਬਾ ਕੁੰਦਨ ਸਿੰਘ ਜੀ ਨੇ 35 ਸਾਲ ਪਹਿਲਾਂ ਇਹਨਾਂ ਦੇ ਪਿਤਾ ਜੀ ਨੂੰ ਬੰਬੇ ਜਾ ਕੇ ਕਾਰੋਬਾਰ ਕਰਨ ਲਈ ਹੁਕਮ ਕਰ ਦਿੱਤਾ ਤੇ ਉਹਨਾਂ ਨੇ ਸਤਬਚਨ ਕਰਕੇ ਉੱਥੇ ਜਾ ਕੇ ਕਾਰੋਬਾਰ ਸ਼ੁਰੂ ਕਰ ਲਿਆ। ਉਸ ਸਮੇਂ ਰਿੰਕੂ ਵੀਰ ਜੀ ਤਾਂ ਹਜੇ ਛੋਟੇ ਹੀ ਹੋਣਗੇ, ਪਰ ਉਹ ਜਾਣਦੇ ਸਨ ਕਿ ਬੰਬੇ ਸ਼ਹਿਰ ਨੂੰ ਇਹਨਾਂ ਦੇ ਰਾਹੀਂ ਹੀ ਤਾਰਨਾ ਹੈ। ਜਿਵੇਂ ਬਾਬਾ ਨੰਦ ਸਿੰਘ ਜੀ ਨੇ ਸੰਤ ਸੁਜਾਨ ਸਿੰਘ ਜੀ ਬਾਰੇ ਬਚਨ ਕੀਤਾ ਸੀ ਕਿ ਜੇ ਇਹ ਮੁੰਡਾ ਦਿੱਲੀ ਕੀਰਤਨ ਕਰੇ ਤਾਂ ਬੜਾ ਮੁੱਲ ਪਵੇਗਾ, ਕਿਉਂਕਿ ਉਹ ਤਾਂ ਸਭ ਕੁਝ ਜਾਣਦੇ ਸਨ ਤੇ ਦਿੱਲੀ ਵਿੱਚ ਕੀ ਰੰਗ ਭਾਗ ਲੱਗੇ ਉਹ ਸਾਰੇ ਜਾਣਦੇ ਹਾਂ। ਅਤੇ ਅੱਜ ਰਿੰਕੂ ਵੀਰ ਜੀ ਨੇ ਕਿਵੇਂ ਅੰਮ੍ਰਿਤ ਵੇਲਾ ਟਰਸਟ ਬਣਾਇਆ ਹੈ ਤੇ ਅੰਮ੍ਰਿਤ ਵੇਲਾ ਸੰਭਾਲ ਰਹੇ ਹਨ, ਇਹ ਵੀ ਕਿਰਪਾ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੀ ਹੈ। ਬਾਬਾ ਕੁੰਦਨ ਸਿੰਘ ਜੀ ਆਪ ਕਥਨੀ ਨਹੀਂ ਸਨ ਕਰਦੇ, ਕਿਉਂਕਿ ਇੱਕ ਵਾਰ ਬਾਬਾ ਜੀ ਦੇ ਸਮੇਂ ਕੀਰਤਨ ਕਰਦਿਆਂ ਕਥਨੀ ਕੀਤੀ ਤਾਂ ਕਿਸੇ ਸਿੰਘ ਨੇ ਜਾ ਕੇ ਬਾਬਾ ਈਸ਼ਰ ਸਿੰਘ ਜੀ ਨੂੰ ਦੱਸਿਆ ਕਿ ਅੱਜ ਕੁੰਦਨ ਸਿੰਘ ਨੇ ਕਥਨੀ ਬਹੁਤ ਸੁੰਦਰ ਕੀਤੀ ਹੈ। ਤਾਂ ਬਾਬਾ ਈਸ਼ਰ ਸਿੰਘ ਜੀ ਨੇ ਬਚਨ ਕੀਤਾ, ਕੁੰਦਨ ਤੂੰ ਕਥਨੀ ਨਹੀਂ ਕਰਨੀ, ਤੂੰ ਕਰਨੀ ਹੈ, ਭਾਵ ਕਿ ਅਮਲ ਕਰਕੇ ਦਿਖਾਉਣਾ ਹੈ। ਤਾਂ ਸਤ ਬਚਨ ਕੀਤਾ ਤੇ ਇਸ ਲਈ ਸਾਰੀ ਉਮਰ ਕੇਵਲ ਸੇਵਾ ਤੇ ਸਿਮਰਨ ਹੀ ਕੀਤਾ ਹੈ। ਤੇ ਕਈ ਇਸ ਗੱਲ ਨੂੰ ਲੈ ਕੇ ਟਿਚਣਾ ਵੀ ਕਰਦੇ ਸਨ ਕਿ ਕੁੰਦਨ ਸਿੰਘ ਨੂੰ ਤਾਂ ਬੋਲਣਾ ਹੀ ਨਹੀਂ ਆਉਂਦਾ, ਇਸ ਲਈ ਇਹ ਨਹੀਂ ਬੋਲਦੇ। ਪਰ ਉਹਨਾਂ ਨੂੰ ਕੀ ਪਤਾ ਕਿ ਜਿਨ੍ਹਾਂ ਦੇ ਅੱਖ ਦੇ ਇਸ਼ਾਰੇ ਵਿੱਚ ਪਤਾ ਨਹੀਂ ਕਿੰਨੇ ਕੁ ਬੋਲਣ ਲੱਗ ਜਾਣਗੇ, ਉਹਨਾਂ ਨੂੰ ਆਪ ਬੋਲਣ ਦੀ ਲੋੜ ਵੀ ਕੀ ਹੈ। ਅਤੇ ਇਹਨਾਂ ਦੇ ਸੇਵਕ ਜਿਹੜੇ ਬੋਲਣਗੇ ਉਹਨਾਂ ਦਾ ਅਸਰ ਵੀ ਹੋਵੇਗਾ, ਕਿਉਂਕਿ ਉਹਨਾਂ ਨੂੰ ਨਾਲ ਨਿਮਰਤਾ ਵੀ ਬਖਸ਼ ਦੇਣਗੇ। ਜਿਵੇਂ ਕਿ ਭਾਈ ਸਾਹਿਬ ਗੁਰਇਕਬਾਲ ਸਿੰਘ ਜੀ ਅਤੇ ਰਿੰਕੂ ਵੀਰ ਜੀ ਬਾਰੇ ਤਾਂ ਤੁਸੀਂ ਸੁਣ ਹੀ ਲਿਆ ਹੈ। ਅਤੇ ਇਹਨਾਂ ਤੋਂ ਇਲਾਵਾ ਬਾਗ ਵਿੱਚ ਵਿਹੰਗਮ ਜਿਵੇਂ ਕਿ ਸਭ ਤੋਂ ਪਹਿਲੇ ਬਾਬਾ ਭਜਨ ਸਿੰਘ ਜੀ, ਜਿਨ੍ਹਾਂ ਨੂੰ ਗਿਆਨੀ ਕਹਿ ਕੇ ਵੀ ਸਾਰੇ ਪੁਕਾਰਦੇ ਸਨ, ਬੜੀਆਂ ਸਟੇਜਾਂ ਤੇ ਜਾ ਕੇ ਬੋਲਣ ਦਾ ਮੌਕਾ ਮਿਲਿਆ। ਹੋਰ ਬਾਬਾ ਗੁਰਮੇਲ ਸਿੰਘ ਜੀ, ਬਾਬਾ ਤੇਜਿੰਦਰ ਸਿੰਘ ਜੀ ਜਿੰਦੂ ਅਤੇ ਬਾਬਾ ਸੁਖਦੇਵ ਸਿੰਘ ਜੀ ਭੁੱਚੋ ਵਾਲੇ, ਜਿਨ੍ਹਾਂ ਬਾਰੇ ਕੁਝ ਦੱਸਣ ਦੀ ਲੋੜ ਹੀ ਨਹੀਂ, ਭਾਵ ਕਿ ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ। ਉਹਨਾਂ ਦਾ ਜੀਵਨ ਤਾਂ ਇੱਕ ਖੁੱਲੀ ਕਿਤਾਬ ਵਾਂਗ ਹੈ ਤੇ ਸਭ ਕੋਈ ਦੇਖ ਰਿਹਾ ਹੈ। ਪਹਿਲੇ ਮਹਾਂਪੁਰਖਾਂ ਦੀਆਂ ਸਾਖੀਆਂ ਅਸੀਂ ਸੁਣੀਆਂ ਹਨ, ਪਰ ਬਾਬਾ ਸੁਖਦੇਵ ਸਿੰਘ ਜੀ ਨੂੰ ਤਾਂ ਅੱਖੀ ਦੇਖ ਰਹੇ ਹਾਂ। ਔਰ ਇਹਨਾਂ ਦੀ ਮੁਸ਼ੱਕਤ ਤੇ ਘਾਲ ਕਮਾਈ ਦੇਖ ਕੇ ਪਹਿਲੇ ਮਹਾਂਪੁਰਸ਼ਾਂ ਤੇ ਹੋਰ ਵੀ ਭਾਵਨਾ ਪ੍ਰਪੱਕ ਹੁੰਦੀ ਹੈ ਤੇ ਸੋਚ ਆਉਂਦੀ ਹੈ ਕਿ ਜਿਨ੍ਹਾਂ ਮਹਾਂਪੁਰਸ਼ਾਂ ਦੇ ਸੇਵਾਦਾਰਾਂ ਦੀ ਇੰਨੀ ਕਮਾਈ ਹੈ ਤੇ ਉਹਨਾਂ ਦੇ ਮਹਾਂਪੁਰਖਾਂ ਦੀ ਕਿੰਨੀ ਕਮਾਈ ਹੋਵੇਗੀ। ਸੋ ਇਸ ਲਈ ਬਾਬਾ ਸੁਖਦੇਵ ਸਿੰਘ ਜੀ ਦੀ ਕਥਾ ਹੈ, ਸੋ ਕਹਿਣ ਸੁਣਨ ਤੋਂ ਪਰੇ ਹੈ। ਬਸ ਇੱਕ ਹੀ ਕੰਮ ਕੀਤਾ ਜਾ ਸਕਦਾ ਹੈ, ਉਹ ਹੈ ਨਮਸਕਾਰ। ਅਨੇਕ ਵਾਰ ਕਰ ਬੰਧਨ ਸੰਤਨ, ਊਹਾਂ ਚਰਨ ਗੋਬਿੰਦ ਜੀ ਕੇ ਬਸਨਾ। ਐਸੇ ਮਹਾਂਪੁਰਖਾਂ ਦੇ ਚਰਨਾਂ ਤੇ ਅਨੇਕਾਂ ਵਾਰ ਨਮਸਕਾਰ, ਕਿਉਂਕਿ ਉਹਨਾਂ ਦੇ ਹਿਰਦੇ ਤੇ ਸਦਾ ਪਰਮਾਤਮਾ ਦੇ ਚਰਨ ਵਸਦੇ ਹਨ। ਸੋ ਬਾਬਾ ਸੁਖਦੇਵ ਸਿੰਘ ਜੀ ਨੇ ਜਿੱਥੇ ਬਾਬਾ ਕੁੰਦਨ ਸਿੰਘ ਜੀ ਦੀਆਂ ਬੇਅੰਤ ਖੁਸ਼ੀਆਂ ਲਈਆਂ, ਉੱਥੇ ਬਾਬਾ ਖੇਮ ਸਿੰਘ ਜੀ ਨੇ ਵੀ ਇਹਨਾਂ ਨੂੰ ਬਹੁਤ ਖੁਸ਼ੀਆਂ ਬਖਸ਼ੀਆਂ। ਅਤੇ ਮੌਜੂਦਾ ਸਮੇਂ ਵਿੱਚ ਅੱਜ ਕੱਲ੍ਹ ਬਾਬਾ ਸੁਖਦੇਵ ਸਿੰਘ ਜੀ ਭੁੱਚੋ ਸਾਹਿਬ ਵਿਖੇ ਸੇਵਾ ਨਿਭਾ ਰਹੇ ਹਨ। ਅਤੇ ਬਾਬਾ ਮਹਾਰਨਾਮ ਸਿੰਘ ਜੀ ਦੀ ਬਰਸੀ ਹਰ ਸਾਲ ਪੋਹਵਦੀ 8 ਨੂੰ ਬੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ। ਅਤੇ ਨਾਨਕਸਰ ਕਲੇਰਾਂ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਬਾਬਾ ਗੁਰਜੀਤ ਸਿੰਘ ਜੀ ਨਿਭਾ ਰਹੇ ਹਨ। ਅਤੇ ਹੋਰ ਬਾਬਾ ਗੁਰਚਰਨ ਸਿੰਘ ਜੀ, ਬਾਬਾ ਸੇਵਾ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਜੀ, ਮੋਤੀ ਬਾਬਾ ਜੀ ਆਪਣੀਆਂ ਡਿਊਟੀਆਂ ਸੰਭਾਲ ਰਹੇ ਹਨ। ਸੋ ਅੱਜ ਦੀ ਇਹ ਸਾਖੀ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੀ ਤੁਸੀਂ ਸੁਣੀ ਹੈ। ਅਤੇ ਅੱਜ ਕੱਲ੍ਹ ਪ੍ਰੋਫੈਸਰ ਦਰਸ਼ਨ ਸਿੰਘ
ਸਮੇਤ ਪਰਿਵਾਰ ਅਮਰੀਕਾ ਵਿੱਚ PR ਹਨ। ਸੋ ਇਸ ਤਰ੍ਹਾਂ ਦਾਸ ਨੇ ਇੱਕ ਹੋਰ ਮਹਾਤਮਾ ਨੂੰ ਦੇਖਿਆ ਕਿ ਕੋਈ ਪ੍ਰੇਮੀ ਜਾ ਕੇ ਉਹਨਾਂ ਕੋਲ ਆ ਕੇ ਕਿਸੇ ਕਾਰਜ ਵਾਸਤੇ ਬੇਨਤੀ ਕਰਦਾ ਹੈ ਤਾਂ ਉਹ ਕਹਿੰਦੇ ਹਨ ਕਿ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਾ ਤੇ ਅਰਦਾਸ ਕਰਾ ਅਤੇ ਜੋ ਹੁਕਮਨਾਮਾ ਸਾਹਿਬ ਆਵੇਗਾ ਉਸ ਦਾ ਜਾਪ ਕਰ, ਸਤਿਗੁਰੂ ਭਲੀ ਕਰਨਗੇ। ਸੋ ਇਸ ਤਰ੍ਹਾਂ ਦਾਸ ਨੇ ਇੱਕ ਹੋਰ ਮਹਾਂਪੁਰਖਾਂ ਨੂੰ ਦੇਖਿਆ ਕਿ ਕੋਈ ਵੀ ਪ੍ਰੇਮੀ ਜਦੋਂ ਉਹਨਾਂ ਕੋਲ ਆ ਕੇ ਕਿਸੇ ਕਾਰਜ ਵਾਸਤੇ ਬੇਨਤੀ ਕਰਦਾ ਹੈ ਤਾਂ ਉਹ ਕਹਿੰਦੇ ਹਨ ਕਿ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਾਓ ਅਤੇ ਬੈਠ ਕੇ ਸਾਰਾ ਸਰਵਣ ਕਰੋ ਅਤੇ ਜੋ ਹੁਕਮਨਾਮਾ ਸਾਹਿਬ ਆਵੇ ਉਸ ਦਾ ਜਾਪ ਕਰੋ, ਸਤਿਗੁਰੂ ਭਲੀ ਕਰਨਗੇ। ਤੇ ਜਿਸ ਨੇ ਵੀ ਉਹਨਾਂ ਦਾ ਬਚਨ ਨੂੰ ਮੰਨਿਆ ਉਸ ਦੇ ਕਾਰਜ ਰਾਸ ਹੋਏ ਹਨ। ਇਹ ਦਾਸ ਨੇ ਅੱਖੀ ਦੇਖਿਆ ਹੈ। ਸੋ ਆਓ ਅੱਜ ਆਪਾਂ ਵੀ ਇਹਨਾਂ ਸਾਖੀਆਂ ਤੋਂ ਸਿੱਖਿਆ ਪ੍ਰਾਪਤ ਕਰੀਏ ਅਤੇ ਹੁਣ ਹੈ ਸਮਾਪਤੀ।